ਹੈਲੋ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਐਂਪੀਅਰਸ ਲਾਅ ਦੇ ਬਾਰੇ ਤੇ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਜਿਹੜਾ ਐਂਪੀਅਰਸ ਲਾਅ ਹੈ ਉਹ ਸਾਡੀ ਕੈਲਕੂਲੇਸ਼ਨਸ ਨੂੰ ਈਜ਼ੀ ਕਰ ਦਿੰਦਾ ਹੈ ਅਗਰ ਅਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਕੈਲਕੂਲੇਟ ਕਰਨਾ ਹੋਏ ਐਜ਼ ਕੰਪੇਅਰ ਟੂ ਬਿਯੋਟ-ਸਾਵਾਰਟਸ ਲਾਅ ਦੇ। ਠੀਕ ਹੈ, ਤੇ ਉੱਥੇ ਅਸੀਂ ਉਸਦੀ ਐਕਸਪ੍ਰੈਸ਼ਨ ਡਰਾਈਵ ਕੀਤੀ। ਕੀ ਐਕਸਪ੍ਰੈਸ਼ਨ ਸੀਗੀ ਐਂਪੀਅਰਸ ਲਾਅ ਦੀ? line integral of magnetic field around the closed path is equal to mu naught times the current enclosed। बाकी terms ਨਾਲ ਤੁਸੀਂ familiar ਹੋ, but ਜਿਹੜੀ ਇਹ term ਹੈ current enclosed ਇਹ ਥੋੜੀ ਜੀ confusing term ਹੈ ਤੇ ਅੱਜ ਅਸੀਂ ਇਸ ਦੇ ਬਾਰੇ ਡਿਸਕਸ ਕਰਨਾ ਹੈ ਕਿ ਕਰੰਟ ਐਨਕਲੋਜ਼ਡ ਦਾ ਮੀਨਿੰਗ ਕੀ ਹੈ। ਦੇਖੋ ਜਨਰਲੀ ਜਦੋਂ ਵੀ ਤੁਸੀਂ ਬੁੱਕਸ ਦੇ ਵਿੱਚ ਪੜ੍ਹਦੇ ਹੋ ਸਿੰਪਲ ਤੁਸੀਂ ਪੜ੍ਹ ਲੈਂਦੇ ਹੋ ਕਿ ਹਾਂ ਕਰੰਟ ਐਨਕਲੋਜ਼ਡ ਹੈ, ਠੀਕ ਹੈ, ਬਟ ਇਸ ਦਾ ਮੀਨਿੰਗ ਕੀ ਹੈ? ਜਦੋਂ ਤੁਸੀਂ ਨਿਊਮੈਰੀਕਲ ਪ੍ਰੋਬਲਮਸ ਨੂੰ ਸੋਲਵ ਕਰਨਾ ਹੈ ਉੱਥੇ ਤੁਹਾਨੂੰ ਬਹੁਤ ਹੀ ਕੇਅਰਫੁਲ ਰਹਿਣਾ ਪਏਗਾ ਕਿਉਂਕਿ ਕਰੰਟ ਤੇ ਕਰੰਟ ਐਨਕਲੋਜ਼ਡ ਬਹੁਤ ਡਿਫਰ ਕਰਦੇ ਨੇ। ਇਸ ਦਾ ਮੀਨਿੰਗ ਕਿਵੇਂ ਤੁਸੀਂ ਕਰੰਟ ਐਨਕਲੋਜ਼ ਨੂੰ ਚੂਜ਼ ਕਰਨਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਮੈਂ ਲਾਸਟ ਲੈਕਚਰ ਦੇ ਵਿੱਚ ਥੋੜੇ ਤੁਹਾਨੂੰ 2 ਟਿਪਸ ਦਿੱਤੇ ਸੀ, ਉਹ ਟਿਪਸ ਵੀ ਬਹੁਤ ਇੰਪੋਰਟੈਂਟ ਨੇ। ਪਹਿਲਾ ਟਿਪ ਕੀ ਸੀਗਾ ਕਿ ਜਦੋਂ ਵੀ ਤੁਸੀਂ ਐਂਪੀਅਰਸ ਲਾਅ ਨੂੰ ਯੂਜ਼ ਕਰਨਾ ਹੈ, ਠੀਕ ਹੈ ਨਾ, ਤਾਂ ਤੁਹਾਨੂੰ ਇੱਕ ਸਰਫੇਸ ਕਲੋਜ਼ ਸਰਫੇਸ ਚੂਜ਼ ਕਰਨਾ ਪਏਗਾ। ਠੀਕ, ਤਾਂ ਐਂਪੀਅਰਸ ਲਾਅ ਦੇ ਲਈ ਤੁਸੀਂ ਕੋਈ ਵੀ ਸਰਫੇਸ ਚੂਜ਼ ਕਰ ਸਕਦੇ ਹੋ ਕਿਸੇ ਵੀ ਸ਼ੇਪ ਦਾ, ਉਹ ਮੈਟਰ ਨਹੀਂ ਕਰਦਾ। ਠੀਕ ਹੈ, ਬਟ ਯੂਜ਼ਫੁਲ ਕਿਹੜਾ ਸਰਫੇਸ ਹੈ ਉਹ ਮੈਟਰ ਕਰਦਾ ਹੈ ਕਿਉਂਕਿ ਐਂਪੀਅਰਸ ਲਾਅ ਦੇ ਵਿੱਚ ਕਿਸੇ ਵੀ ਸ਼ੇਪ ਦੇ ਸਰਫੇਸ ਨੂੰ ਸੋਲਵ ਕਰਨਾ ਉਹ ਸਰਫੇਸ ਚੂਜ਼ ਕਰਨੋਗੇ ਜਿਹਨੂੰ ਤੁਸੀਂ ਈਜ਼ੀਲੀ ਸੋਲਵ ਕਰ ਸਕੋ, ਜਿਸ ਦਾ ਲਾਈਨ ਇੰਟੀਗਰਲ ਤੁਸੀਂ ਈਜ਼ੀਲੀ ਫਾਈਂਡ ਆਊਟ ਕਰ ਸਕੋ। ਠੀਕ, ਦੂਸਰੀ ਗੱਲ ਤੁਸੀਂ ਸਰਫੇਸ ਉਹ ਚੂਜ਼ ਕਰਨਾ ਹੈ ਸਮਾਰਟਲੀ ਜਿਹਦੇ ਵਿੱਚ ਤੁਹਾਨੂੰ ਕੈਲਕੂਲੇਸ਼ਨ ਘੱਟ ਕਰਨੀ ਪਏ। ਪਹਿਲਾ ਕੇਸ ਇਹ ਹੋ ਸਕਦਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਸਰਫੇਸ ਚੂਜ਼ ਕਰੋ ਜਿਹਦੇ ਵਿੱਚ B ਤੇ L ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਹੋਣ ਪਰਪੈਂਡੀਕੂਲਰ। ਠੀਕ ਹੈ, ਤਾਂ ਉਸ ਵਿੱਚ ਕੀ ਹੋਏਗਾ ਐਂਗਲ ਬਿਟਵੀਨ them will become 90 degree। cos 90 ਕਿੰਨਾ ਹੁੰਦਾ ਹੈ 0, ਸੋ ਇਸ ਦੇ ਲਈ ਲਾਈਨ ਇੰਟੀਗਰਲ ਕਿੰਨਾ ਹੋ ਜਾਏਗਾ ਇਕੁਅਲ ਟੂ 0। ਸੈਕਿੰਡ ਪੋਸਿਬਿਲਿਟੀ ਕੀ ਹੈ, ਜਦੋਂ ਡਾਇਰੈਕਸ਼ਨ ਆਫ B ਵੈਕਟਰ DL ਵੈਕਟਰ ਦੇ ਸਿਮਿਲਰ ਹੋਏ, ਮੀਨਸ ਦੋਨੋਂ ਵੈਕਟਰ ਕੀ ਹੋਣ ਪੈਰਲਲ ਹੋਣ, ਉਸ ਕੇਸ ਦੇ ਵਿੱਚ ਐਂਗਲ ਕਿੰਨਾ ਹੋ ਜਾਏਗਾ 0 ਡਿਗਰੀ, ਤਾਂ ਪਾਥ ਟੋਟਲ ਲੈਂਥ ਆ ਜਾਏਗੀ BL। ਸੋ ਇਹ ਸੀ 2 ਟਿਪਸ, ਇਹ ਆਪਣੇ ਅਸੀਂ ਲੇਟਰ ਲੈਕਚਰਸ ਦੇ ਵਿੱਚ ਦੇਖਾਂਗੇ ਕਿ ਇਹਨਾਂ ਦੋਨਾਂ ਇੰਪੋਰਟੈਂਟ ਪੁਆਇੰਟਸ ਨੂੰ ਅਸੀਂ ਯੂਜ਼ ਕਰਾਂਗੇ ਆਪਣੇ ਨਿਊ ਕਨਸੈਪਟ ਸੋਲੋਨੋਇਡ ਦੇ ਵਿੱਚ। ਕਲੀਅਰ? ਸੋ ਅੱਗੇ ਹੁਣ ਅਸੀਂ ਗੱਲ ਕਰਨੀ ਹੈ ਕਰੰਟ ਐਨਕਲੋਜ਼ਡ ਦੀ, ਕਿ ਐਨਕਲੋਜ਼ਡ ਕਰੰਟ ਹੈ ਜਿਹੜਾ ਉਸਦਾ ਕੀ ਮੀਨਿੰਗ ਹੈ। ਇੱਥੇ ਦੇਖੋ ਮੈਂ ਤੁਹਾਨੂੰ ਕੱਲ ਵੀ ਇੱਕ ਹਿੰਟ ਜਿਹਾ ਦਿੱਤਾ ਸੀ। ਅਸੀਂ ਕੀ ਕਰ ਰਹੇ ਹਾਂ, ਅਸੀਂ ਕੀਤਾ ਹੈ ਕਿ ਕਿਸੇ ਵੀ ਇੱਕ ਲੂਪ ਲੈ ਲਿਆ, ਕਲੋਜ਼ਡ ਪਾਥ ਹੈ ਇਹ ਜਿਹਨੂੰ ਅਸੀਂ ਮੈਗਨੈਟਿਕ ਫੀਲਡ ਦੇ ਅੰਦਰ ਰੱਖਿਆ ਹੈ। ਠੀਕ ਹੈ, ਹੁਣ ਅਸੀਂ ਕਹਿ ਰਹੇ ਹਾਂ ਕਿ ਕਰੰਟ ਐਨਕਲੋਜ਼ਡ ਟਰਮ ਦਾ ਕੀ ਮੀਨਿੰਗ ਹੈ। ਅਗਰ ਤਾਂ ਅਸੀਂ ਗੌਸ ਲਾਅ ਨੂੰ ਯੂਜ਼ ਕੀਤਾ ਸੀ ਜਦੋਂ, ਅਗਰ ਉੱਥੇ ਤੁਸੀਂ ਦੇਖੋ ਤਾਂ ਅਸੀਂ ਚਾਰਜ ਐਨਕਲੋਜ਼ਡ ਦੀ ਗੱਲ ਕੀਤੀ ਸੀ। ਠੀਕ ਹੈ, ਹੁਣ ਗੌਸ ਲਾਅ ਦੇ ਵਿੱਚ ਚਾਰਜ ਐਨਕਲੋਜ਼ਡ ਜਿਹੜਾ ਵਰਡ ਹੈ ਉਸਦਾ ਇੱਕ ਸੈਂਸ ਬਣਦਾ ਹੈ। ਕੀ ਸੈਂਸ ਹੈ? ਕਿਉਂਕਿ ਸਾਡੇ ਕੋਲ ਉੱਥੇ ਕੀ ਸਰਫੇਸ ਸੀਗਾ, ਕਲੋਜ਼ਡ ਸਰਫੇਸ ਸੀ। ਅਗਰ ਅਸੀਂ ਇੱਕ ਸਫੈਰਿਕਲ ਬਾਡੀ ਲਾਈਕ ਅ ਫੁੱਟਬਾਲ ਦੀ ਗੱਲ ਕਰੀਏ ਉਹਦੇ ਵਿੱਚ ਕਿੰਨਾ ਚਾਰਜ ਹੈ, ਫੁੱਟਬਾਲ ਆਊਟਸਾਈਡ ਸਾਰੀ ਕਵਰਡ ਹੈ, ਮੇਕ ਸੈਂਸ। ਅਗਰ ਅਸੀਂ ਰੈਕਟੈਂਗੂਲਰ ਕੋਈ ਬਾਕਸ ਲੈਂਦੇ ਹਾਂ ਉਹਦੇ ਵਿੱਚ ਚਾਰਜ ਹੈ ਤੇ ਬਾਕਸ ਨੂੰ ਅਸੀਂ ਬੰਦ ਕਰ ਦਿੱਤਾ, ਈਵਨ ਦੈਨ ਇਟ ਮੇਕ ਸੈਂਸ ਕਿਉਂਕਿ ਉੱਥੇ 3 ਡਾਇਮੈਂਸ਼ਨਲ ਸਰਫੇਸ ਸੀ। ਤਾਂ ਅਗਰ ਅਸੀਂ ਇੱਕ ਬਾਕਸ ਹੈ, ਕੋਈ ਕੰਟੇਨਰ ਹੈ ਸਾਡੇ ਕੋਲ, ਬਾਕਸ ਹੈ ਜਿਹੜਾ ਉੱਪਰੋਂ ਬੰਦ ਹੈ, ਉਹਦੇ ਵਿੱਚ ਕਿਸੇ ਚਾਰਜ ਨੂੰ ਰੱਖੀਏ ਤੇ ਬਾਕਸ ਨੂੰ ਬੰਦ ਕਰ ਦਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਚਾਰਜ ਉਸ ਬਾਕਸ ਦੇ ਅੰਦਰ ਇਨਕਲੋਜ਼ਡ ਹੈ। ਇਟ ਮੇਕ ਸੈਂਸ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਐਂਪੀਅਰਸ ਲਾਅ ਦੀ, ਉੱਥੇ ਸਾਡੇ ਕੋਲ ਕੀ ਹੈ, ਇੱਕ ਸਿੰਗਲ ਕਲੋਜ਼ਡ ਪਾਥ ਲਾਈਕ ਦਿਸ। ਜਿਵੇਂ ਇਹ ਵਾਇਰ ਹੈ, ਲੂਪ ਹੈ, ਇੱਕ ਕਰੰਟ ਲੂਪ, ਹੁਣ ਇਹ ਕਲੋਜ਼ਡ ਹੈ। ਅਗਰ ਮੈਂ ਕਹਾਂ ਕਿ ਇਸ ਲੂਪ ਦੇ ਵਿੱਚ ਜਿਹੜਾ ਕਰੰਟ ਹੈ ਉਹ ਇਨਕਲੋਜ਼ਡ ਹੈ, ਕਿਸ ਤਰ੍ਹਾਂ ਇਨਕਲੋਜ਼ ਹੋਏਗਾ? ਇਟ ਡਜ਼ਨਟ ਮੇਕ ਸੈਂਸ, ਪਤਾ ਨਹੀਂ ਚੱਲ ਰਿਹਾ। ਹਾਂ, ਅਗਰ ਤੁਸੀਂ ਥੋੜਾ ਜਿਹਾ ਵਿਜ਼ੂਅਲਾਈਜ਼ ਕਰ ਲਓ ਕਿ ਹਾਂ ਹੋ ਸਕਦਾ ਹੈ ਅਗਰ ਕਰੰਟ ਹੈ ਜਿਹੜਾ ਉਹ ਸਟ੍ਰੇਟ ਹੈ, ਮੀਨਸ ਸਟ੍ਰੇਟ ਵਾਇਰ 'ਚ ਐਂਟਰ ਕਰ ਰਿਹਾ, ਅਸੀਂ ਥੋੜਾ ਬਹੁਤ ਸੋਚ ਸਕਦੇ ਹਾਂ ਕਿ ਹਾਂ ਸ਼ਾਇਦ ਇਸ ਦੇ ਵਿੱਚ ਇਹ ਕਰੰਟ ਇਨਕਲੋਜ਼ਡ ਹੈ। ਬਟ ਕੰਸੀਡਰ ਦ ਪੋਸਿਬਿਲਿਟੀ ਲਾਈਕ ਦਿਸ। ਕੀ ਪੋਸਿਬਿਲਿਟੀ ਹੈ? ਆ ਪੋਜੀਸ਼ਨ ਦੇਖੋ,
ठीक है। मीनस ए शेप का एक असी कंडक्टर ले लिया, मीनस वायर है जिस दे विचों करंट फ्लो कर रहा है इस डायरेक्शन दे विच, लाइक दिस, ठीक। तो की है, अगर मैं इस कंडक्टर नू प्लेस कर दी हाँ इन दिस पोजीशन, मीनस मोर देन हाफ पार्ट नीचे है, सिर्फ इन्ना पोर्शन है जिहड़ा वो इस कंडक्टर दे लूप दे अंदर एंटर कर रहा है, ठीक है। ये फर्स्ट पॉसिबिलिटी है। नाउ टेक द सेकंड पॉसिबिलिटी लाइक दिस। हुण की हो रहा है, ये दोनों पार्ट्स जिहड़ा थोड़ा कंडक्टर है जिन्हों तुसी बेंड किया होया है, दोनों पार्ट्स एंटर हो रहे हैं। की तुसी कह सकते हो कि दोनों केसिस दे विच जिहड़ा करंट एनक्लोज्ड है वो आई है? नो, आंसर इज नो। करंट एनक्लोज्ड आई नहीं होएगा। दोनों केसिस दे विच जिहड़ा करंट एनक्लोज्ड है दैट विल बी डिफरेंट। तो इसे क्वेश्चन का अज असीं आंसर लभना है कि इस करंट एनक्लोज्ड टर्म का एक्चुअली मीनिंग है की मीनिंग है, किवें इसनूं कैलकुलेट करना है। तो साडा क्वेश्चन है हाउ टू फाइंड द करंट एनक्लोज्ड। उस दे लई साडे कोल दो स्टैप्स ने, ठीक है। फर्स्ट स्टैप की है कि सब तो पहला जिहड़ा तुहाडा क्लोज्ड पाथ है उस दे नाल एक ओपन सरफेस नूं अटैच करो। हुण ये भी वर्ड थोड़े लिए बिल्कुल न्यू है। ओपन सरफेस तो तुसी की समझते हो? देखो, ओपन सरफेस तो समझते हैं, एक सिंपल जी एग्जाम्पल है। जो तुसी छोटे हुंदे सी तां एक बकेट दे विच असीं सोप सोल्यूशन बनाया तो उहदे विच एक बबल्स जे बनते हैं, ठीक है। वो थिन फिल्म्स जी बनती है जिन्हों असीं कलरफुल देख के बड़े खुश होंगे सी। उस तरह की थिन फिल्म एक ओपन सरफेस का काम करती है। या तुसी एक सिंपल पेपर की गल कर सकते हो कि असी यह जिहड़ा क्लोज्ड पाथ है इस दे अराउंड एक पेपर फ्लैट सरफेस अटैच कर दिता, थिन फिल्म अटैच कर दी, दैट कैन एक्ट एज आ ओपन सरफेस। या इसकी सब तो बेस्ट एग्जाम्पल ओपन सरफेस की है एक सीव, जिस दे नाल तुसी चाह छानते हो, ठीक है। तो वो भी एक ओपन सरफेस की तरह एक्ट कर सकती है। थोड़ा सा इमेजिन करो, जदों आपां सीव की गल करते हैं, सीव दे विच की हुंदा है, इस तरह का ओपन सरफेस हुंदा है, एक लूप बनती हुई हुंदी है तो नीचे उसदे नैट हुंदी है, ठीक है। अगर उसी उसनूं इस तरह देखिए तो आह सीव का उपर वाला पार्ट है तो पीछे इसके नैट शेप की एक सरफेस लग्या हुंदा है। दैट इज़ द बेस्ट एग्जाम्पल ऑफ ओपन सरफेस, ठीक है। हुण की है, पहला साडा काम की है कि असी जो भी साडा क्लोज्ड पाथ है उसदे नाल अटैच करना है एक ओपन सरफेस, ठीक है। तो फर्स्ट स्टेप नोट करो, आफ्टर चूजिंग द क्लोज्ड पाथ, जो तुसी क्लोज्ड पाथ नू चूज कर लिया, दैन थोड़ा की काम है, नैक्सट काम की है एक ओपन सरफेस नू अटैच करना। इत्थे एक गल हमेशा याद रखना, जिहड़ा ओपन सरफेस है जरूरी नहीं है कि वो फ्लैट होए, वो किसी भी तरह का हो सकता है, ठीक है। इट कैन बी अ फ्लैट सरफेस और इट कैन बी लाइक अ सीव्स नैट की तरह। वो फ्लैट नहीं हुंदा, उहदे विच कुछ ना डिप हुंदी है, ठीक है। तो इवन देन इट कैन एक्ट एज अ ओपन सरफेस। क्लोज्ड पाथ स्ट्रेच an open surface over your chosen path। जेड़ा तुसी पाथ चूज किया है उहदे नाल अटैच करो एक ओपन सरफेस, जेड़ा कि फ्लैट भी हो सकता है, थिन फिल्म भी हो सकती है, या नेट शेप भी हो सकता है लाइक अ सीव, ठीक है। हुण तुसी किवें देखना है कि किन्ने करंट ने जिहड़े नैट कितना करंट एनक्लोज हो रहा है, किस तरह देखोगे। मान लो तुसी इस क्लोज्ड पाथ दे नाल इत्थे वो सरफेस अटैच किया, ठीक है। तो किन्ने करंट इस ओपन सरफेस नू कट करके मीनस इस दे विच पेनीट्रेट कर रहे ने, इस ओपन सरफेस नू स्ट्राइक कर रहे ने, उन्हां नू कैलकुलेट कर लेना है। मीनस तुसी एक क्लोज्ड पाथ लिया, उस दे नाल ओपन सरफेस नू अटैच किया, किन्ने करंट उस ओपन सरफेस नू कट करके, जिवें सपोज करो इत्थे तुहाडा क्लोज्ड पाथ है, ठीक है। तुसी ये तुहाडा की है ओपन सरफेस, तां
इस तरह करंट इस दे अंदर एंटर हो रहा है, एक करंट इत्थे एंटर हो रहा है, दूसरा करंट आउटसाइड तो आ रहा है, ठीक है, मीनस उसकी डायरेक्शन अपोजिट है, एक करंट होर जा रहा है। किन्ने करंट इस सरफेस नू ओपन सरफेस नू कट कर रहे ने, पैनीट्रेट करके जा रहे ने, उन्हां दी वैल्यू है जिहड़ी ओह नोट करनी है, ठीक है। जिन्ने करंट इस ओपन सरफेस दे विचों पैनीट्रेट होके जाणगे उन्हां करंट्स नू असीं कहांगे एनक्लोज्ड करंट, ठीक है। सो साडा सैकेंड स्टैप की होएगा, जिन्ने भी करंट इस ओपन सरफेस नू पैनीट्रेट करके जा रहे ने उन्हां नू असीं एल्जेब्रिकली ऐड कर लांगे। तो हुण तुहानूं ये भी पता है कि जिहड़ा करंट है उहदी डायरैक्शन हुंदी है। सो असीं जदों इसनूं एडिशन करनी है, करंट्स दी एडिशन करनी है, उस टाइम ते सानूं इस गल दा ख्याल रखना पएगा कि करंट दी डायरैक्शन किहड़ी है। तो उसनूं फाइंड आउट करन लई मैं कल तुहानूं रूल दस्सिया सी कि अपनियां फिंगर्स पॉइंट आउट करो अराउंड द पाथ, कर्ल करो अराउंड द पाथ इन विच यू आर मूविंग। जिहड़े पाथ दे विच, जिस डायरैक्शन दे विच सपोज असी इस लूप दे विच मूव कर रहे हैं इन काउंटर क्लॉकवाइज डायरैक्शन, ठीक है। सो अपनी फिंगर्स नू कर्ल करो इन काउंटर क्लॉकवाइज डायरैक्शन। थंब विल गिव यू द डायरैक्शन ऑफ करंट, पॉजिटिव डायरैक्शन ऑफ करंट। सो जो करंट इस डायरैक्शन दे विच आ रहे ने उन्हां नू पॉजिटिव लवांगे, जिहड़े इनसाइड जा रहे ने उन्हां नू असी नेगेटिव लवांगे, तां टोटल करंट जिहड़ा होएगा इस दे अकॉर्डिंग आ जाएगा। क्लियर। सो सेकेंड स्टेप की है, एड all currents penetrating the open surface। जिन्हें करंट ओपन सरफेस के अंदर पेनिट्रेट कर रहे ने उन्होंने एल्जेब्रिकली ऐड कर लो, कंसीडरिंग देयर साइन कन्वेंशन। तो तुसी एक चीज़ हमेशा ध्यान रखनी है कि उन्होंने साइन कन्वेंशन नू कंसीडर करना है, मीनस पॉजिटिव करंट केड़ा लेना है, नेगेटिव केड़ा लेना है, इस चीज़ नू तुसी हमेशा अपने माइंड दे विच रखना है। क्योंकि करंट दी पहला क्लोज्ड लूप तो डायरैक्शन फाइंड आउट करो, पॉजिटिव डायरैक्शन केड़ी है उन्होंने पॉजिटिव लो, जेडे अपोजिट फ्लो कर रहे हैं करंट्स उन्होंने नेगेटिव लो। क्लीयर। सो ए सी साडा स्टैप्स, हाउ कैन वी कैलकुलेट द करंट एनक्लोज्ड। हुण असीं अपने क्वेश्चन के आंसर ते आने। मैं तुहानूं जदों ये एनक्लोज्ड वाला टॉपिक स्टार्ट किया सी, क्वेश्चन पूछा सी कि अगर साडा जिहड़ा कंडक्टर है वो स्ट्रेट लाइन ना होके इस शेप का होए, इस केस दे विच जिहड़ा करंट एनक्लोज्ड है वो कितना होएगा वो असीं देखना है। तो हुण मैं तुहानूं दो स्टैप्स दिते ने। पहला स्टैप की दिता है, आफ्टर चूजिंग द क्लोज पाथ स्ट्रेच एन ओपन सरफेस ओवर योर चूजन पाथ। असीं एक ओपन सरफेस इस दे नाल अटैच कर लिया, ठीक है। हुण जदों असी इस शेप का कंडक्टर लै रहे हैं लाइक दिस, सिर्फ पहली पॉसिबिलिटी की सी कि सिर्फ ए वाला एंड है जिहड़ा ओह इस ओपन सरफेस नू टच कर रहा है, ठीक है। इत्थे ओपन सरफेस है, इसनू एक ही एंड टच करेगा। सो इस केस दे विच करंट एनक्लोज्ड कितना होएगा, जिन्ना इस कंडक्टर दे विच करंट फ्लो कर रहा है उहदी वैल्यू, ठीक है। हुण टेक द सेकेंड पॉसिबिलिटी। सेकेंड पॉसिबिलिटी की सी, देखो दोनों एंड्स ने जेडे ओह ओपन सरफेस नू पेनिट्रेट कर रहे हैं, एक दे एंड विच करंट एंटर हो रहा है तो दूसरे दे विच लीव हो रहा है। इन दैट केस की होएगा, टोटल करंट एनक्लोज्ड है जिहड़ा ओह जीरो होएगा। सो असी हुण दस सकते हैं कि ओपन करंट एनक्लोज्ड कितना है, ते किसी भी सरफेस दे लई असी करंट एनक्लोज्ड किस तरह कैलकुलेट करना है। सो सब तो पहली चीज़ तो जी थोड़े माइंड के विच रखन वाली है वो ये कि जिहड़ा ओपन सरफेस है वो किसी भी शेप का हो सकता है। ये फ्लैट भी हो सकता है, ये इट कैन बी लाइक अ सीव और इट कैन बी ऑफ एनी अदर शेप लाइक अ थिन फिल्म एटसेट्रा। तो आंसर तुसी किस तरह देना है कि जिहड़ा करंट एनक्लोज्ड है उहदे विच किन्ने करंट उस सरफेस नू पेनिट्रेट करके जा रहे हैं। बेसिकली जिहड़ा इत्थे वर्ड यूज़ किया गया है एनक्लोज्ड, ये एप्रोप्रिएट नहीं लग रहा, ठीक है ना। क्यों? क्योंकि एक्चुअली असी वो देखना है कि किन्ने करंट्स उत्थे पेनिट्रेट कर रहे हैं, ठीक है। सो अगर असी पेनिट्रेट वर्ड यूज़ करिए तो समझण दे विच थोड़ी आसानी हो जाती है, ठीक है। चलो हुण तुहानूं ये मीनिंग पता लग गया कि तुसी कैलकुलेट किस तरह करना है करंट एनक्लोज्ड।
ਤੁਹਾਡੇ ਕੋਲ ਕੋਈ ਵੀ ਸਰਕੂਲਰ ਲੂਪ ਹੈ, ਪਾਥ है, क्लोज्ड पाथ है, उस दे लई तुसी पहला ओपन सरफेस चूज करो, then calculate the current enclosed by considering their sign convention, add them, you will get your enclosed current. ठीक, सो इत्थे असी खत्म किया अपना एम्पेयर्स लॉ कि एक्सप्रैशन फाइंड आउट की उसदे लई डायरैक्शन देखी ते कुछ इंपॉर्टेंट पॉइंट्स डिस्कस किए कि किवें असी जिहड़ा ओपन क्लोज्ड लूप है उसनूं चूज करना है। दैन असी देखा कि करंट एंड क्लोज टर्म का मीनिंग की है तो इसनूं कैलकुलेट किस तरह करना है। इस तो बाद असी स्टार्ट करांगे अपना न्यू टॉपिक, एंटायरली न्यू एंड वेरी इंटरेस्टिंग टॉपिक, सोलोनॉइड। सोलोनॉइड की हुंदी है? देखो तुहानूं सारियां चीज़ां बारे तुसीं फैमिलियर हो, बट की है कि थोड़ा फिजिक्स पॉइंट ऑफ व्यू नाल उसनूं समझण दी ज़रूरत है। सोलोनॉइड अगर तुसीं नोटिस किया होए तां असी अब जदों दा भी मैगनेटिज्म चैप्टर स्टार्ट किया है असी हमेशा गल करते हैं कि एक स्पेस कंसीडर करो जिहदे विच मैगनेटिक फील्ड है जिहड़ा वो यूनीफॉर्म है, ठीक है। बट कदे तुसी ये सोचण की कोशिश की है कि जिहड़ा असी ये स्पेस अज्यूम करन की कोशिश करते हैं कि ये स्पेस कंसीडर करो जिथे मैगनेटिक फील्ड यूनीफॉर्म है, तो यूनीफॉर्म मैगनेटिक फील्ड असी क्रिएट किस तरह कर सकते हैं? नहीं सोचा। देखो अगर कुछ एग्जिस्ट कर रहा है, कोई चीज़ एग्जिस्ट कर रही है तो उसनों किसी ना किसी तरीके तक क्रिएट किया गया होएगा, ठीक है। सो क्वेश्चन ये है कि असी मैगनेटिक फील्ड जिहड़ा यूनीफॉर्म है उसनों किस तरह क्रिएट कर सकते हैं, ठीक है। तो आंसर है सोलोनॉइड। सोलोनॉइड दे हेल्प दे नाल जिहड़ा मैगनेटिक फील्ड है यूनीफॉर्म असी क्रिएट कर सकते हैं, ठीक है। दूसरी गल, सोलोनॉइड हुंदी की है, ठीक है। सो हुण तक असी जो डिस्कस किया है कि सोलोनॉइड की है, एक लूप है, करंट लूप है, इस दे विच करंट फ्लो कर रहा है तो इस दे लई असी मैगनेटिक फील्ड लाइनस भी ड्रॉ कीतियां सी, ठीक है। जो मैगनेटिक फील्ड लाइनस अगर असी ड्रॉ कीतियां जदों तो उत्थे तुसी नोटिस किया होएगा कि जिहड़ी मैगनेटिक फील्ड लाइनस ने वो यूनीफॉर्म नहीं है। सो नेक्स्ट क्वेश्चन ये आता है कि सोलोनॉइड नूं असी डिज़ाइन किस तरह करना है, ठीक है। अगर तुहाडे कोल एक वायर है लाइक दिस, ठीक, उस वायर नूं असी कंटिन्यूअसली मूव इदां टर्न करवाते रहिए, इस तरह के छोटे छोटे लूप्स बनाते रहिए, तो की होएगा, लूप जिवें जिवें लूप बनते जाएंगे, अगर उन्होंने लूप्स दे विच असी करंट पास ऑन करते हैं तो वो की बन जाएगी, सोलोनॉइड, ठीक है। तो इस तरह असी एक वायर नूं टर्न्स दे बना दे के की बना सकते हैं, सोलोनॉइड। सिंपल है, वायर तो असी पहले ही फैमिलियर हाँ कि अगर एक वायर दे विच करंट पास ऑन होएगा तो की हो जाएगा, मैगनेटिक फील्ड जनरेट होता है। बट वो मैगनेटिक फील्ड है जिहड़ा वो यूनीफॉर्म नहीं होंदा, वो असी देख चुके हैं एक सर्कुलर लूप दे केस दे विच जदों असी ड्रॉ कीती सी कि मैगनेटिक फील्ड है जिहड़ा वो यूनीफॉर्म नहीं सी, लाइक दिस। यूनीफॉर्म मैग्नेटिक फील्ड नहीं है, लाइक दिस, ठीक है। सो अगर तुसी एक MRI स्कैन हुंदी हुई देखी है तो उत्थे एक बड़ा लूप हुंदा है, सिलेंडर काइंड हुंदा है, जिहदे विच वो पेशेंट नूं एक स्ट्रैचर दे उपर लिटा के एंटर करवाते हैं, तो वो जिहड़ा बड़ा गोला हुंदा है दैट इज़ नथिंग बट इट इज़ ए सोलोनॉइड। तो सोलोनॉइड दे जिहड़े यूज़ ने वो बहुत अमेजिंग ने, ठीक। और ये सिंपल जिहा इंस्ट्रूमेंट है, करंट वायर है जिहड़ी उहदे नंबर ऑफ टर्न्स बनाओ, उस दे विच करंट पास ऑन करो, दैट इज़ योर सोलोनॉइड। क्लियर। हुण क्वेश्चन ये है कि जदों असी एक सिंगल लूप लैंदे आ उहदे विच करंट पास करवाने आ तो मैगनेटिक फील्ड लाइनस ने जिहड़ियां बनदियां ने, मीनस मैगनेटिक फील्ड जनरेट हुंदा है। बट ये जिहड़ा मैगनेटिक फील्ड है ये नॉन यूनीफॉर्म है। बट जदों असी कह रहे हैं कि सोलोनॉइड है जिहदे विच नंबर ऑफ टर्न्स इंक्रीज करिए तो सोलोनॉइड बन जाएगी वायर दे, ठीक है। बट सोलोनॉइड दे केस दे विच जिहड़ा मैगनेटिक फील्ड है वो यूनीफॉर्म है, असी ये कह रहे हैं। मतलब एक सिंगल लूप दे लई मैगनेटिक फील्ड नॉन यूनीफॉर्म है, बट
ਜਦੋਂ ਨੰਬਰ ਆਫ ਟਰਨਸ ਇਨਕਰੀਜ਼ ਹੋ ਗਿਆ ਤਾਂ ਮੈਗਨੈਟਿਕ ਫੀਲਡ ਕੀ ਹੋਏਗਾ, ਨੋਨ ਯੂਨੀਫਾਰਮ ਹੋਏਗਾ। ਹਾਊ ਇਜ਼ ਇਟ ਪੋਸੀਬਲ? ਵਾਇਰ ਉਹੀ ਹੈ, ਸਿਰਫ ਨੰਬਰ ਆਫ ਟਰਨਸ ਦੇ ਇਨਕਰੀਜ਼ ਕਰਨ ਦੇ ਨਾਲ ਜਿਹੜਾ ਮੈਗਨੈਟਿਕ ਫੀਲਡ ਹੈ ਉਸਨੂੰ ਐਸਾ ਕੀ ਹੋ ਜਾਂਦਾ ਹੈ ਕਿ ਉਹ ਯੂਨੀਫਾਰਮ ਹੋ ਜਾਂਦਾ ਹੈ। ਠੀਕ ਹੈ, ਅਸੀਂ ਇਹ ਦੇਖਣਾ ਹੈ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਯੂਨੀਫਾਰਮ ਹੋ ਜਾਂਦਾ ਹੈ, ਤਾਂ ਯੂਨੀਫਾਰਮ ਕਿੱਥੇ ਹੁੰਦਾ ਹੈ? ਸਾਰੀ ਪਲੇਸ ਤੇ, ਮੀਨਸ ਇਨਸਾਈਡ ਔਰ ਆਊਟਸਾਈਡ, ਜਾਂ ਸਿਰਫ ਇਨਸਾਈਡ ਜਾਂ ਸਿਰਫ ਆਊਟਸਾਈਡ, ਕਿੱਥੇ ਯੂਨੀਫਾਰਮ ਹੁੰਦਾ ਹੈ ਉਹ ਫਾਈਂਡ ਆਊਟ ਕਰਨਾ ਹੈ। ਮੀਨਸ ਸਾਡੇ ਕੋਲ ਹੁਣ ਦੋ ਕੁਐਸਚਨਸ ਨੇ। ਫਰਸਟ ਕੁਐਸਚਨ ਇਹ ਹੈ ਸੋਲਵ ਕਰਨ ਲਈ ਕਿ ਮੈਗਨੈਟਿਕ ਨੰਬਰ ਆਫ ਟਰਨਸ ਜਦੋਂ ਅਸੀਂ ਇਨਕਰੀਜ਼ ਕਰਦੇ ਹਾਂ ਇਨ ਕੇਸ ਆਫ ਸੋਲੋਨੋਇਡ ਤਾਂ ਮੈਗਨੈਟਿਕ ਫੀਲਡ ਨੂੰ ਐਸਾ ਹੋ ਕੇ ਜਾਂਦਾ ਹੈ ਕਿ ਉਹ ਯੂਨੀਫਾਰਮ ਹੋ ਜਾਂਦਾ ਹੈ। दूसरा क्वेश्चन ये है कि अगर यूनिफॉर्म हो जाता है तो किस जगह पे यूनिफॉर्म होता है, इनसाइड द सोलोनॉइड और आउटसाइड द सोलोनॉइड। सो उस क्वेश्चन ਨੂੰ ਆਨਸਰ ਕਰਨ ਦੇ ਲਈ ਸਾਨੂੰ ਕੰਸੀਡਰ ਕਰਨਾ ਪਏਗਾ ਅਗੇਨ ਇੱਕ ਲੂਪ ਹੈ। ਹੁਣ ਇਸ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੈ ਇਨ ਕਲੌਕਵਾਈਜ਼ ਡਾਇਰੈਕਸ਼ਨ। ਤਾਂ ਅਗਰ ਅਸੀਂ ਇਸ ਲੂਪ ਨੂੰ ਇਸ ਤਰ੍ਹਾਂ ਦੇਖੀਏ like this perpendicular to the plane of this board ਤਾਂ ਤੁਹਾਨੂੰ ਇੱਕ ਸਿੰਪਲ ਲਾਈਨ ਨਜ਼ਰ ਆਏਗੀ। ਠੀਕ ਹੈ, ਸੋ ਕਰੰਟ ਇਸ ਦੇ ਵਿੱਚ ਐਂਟਰ ਕਰ ਰਿਹਾ ਹੈ ਤੇ ਬਾਹਰ ਆ ਰਿਹਾ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਲੋਅਰ ਪਾਰਟ ਦੇ ਵਿੱਚ ਐਂਟਰ ਕਰ ਰਿਹਾ ਹੈ ਤੇ ਅਪਰ ਪਾਰਟ ਦੇ ਵਿੱਚੋਂ ਬਾਹਰ ਆ ਰਿਹਾ ਹੈ। ਸੋ ਉਸ ਨੂੰ ਅਸੀਂ ਕਿਸ ਤਰ੍ਹਾਂ ਡਰਾ ਕਰ ਸਕਦੇ ਹਾਂ? ਇਟ ਲੁਕਸ ਲਾਈਕ ਜਸਟ ਅ ਲਾਈਨ ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ। ਹੁਣ ਕਿਉਂਕਿ ਇਨਰ ਪਾਰਟ ਦੇ ਵਿੱਚ ਇਹ एंटर कर रहा है करंट लाइक दिस, सो उसनू किवें ड्रॉ करोगे? क्रॉस विद द सर्कल। और अपर पार्ट दे विचों बाहर आ रहा है तो बाहर आने दे लई तुहानू दस्सिया सी एरो दी हेल्प दे नाल सानू सिर्फ टिप नज़र आएगी। सो इसलिए असीं सिर्फ डॉट दे नाल उसनू रिप्रेजेंट कर रहे हैं। ठीक है, हुण असीं की ड्रॉ करना है? एक्सिस जो इस लूप ਦੇ ਵਿੱਚੋਂ क्रॉस कर रही है। मैं लूप ਨੂੰ ਇਸ ਤਰ੍ਹਾਂ ਹੋਲਡ ਕੀਤਾ ਹੋਇਆ ਹੈ। ਸੋ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਸਿਰਫ ਆਊਟਰ ਲਾਈਨ, ਬਟ ਐਕਚੁਅਲੀ ਇਟ ਇਜ਼ ਅ ਲੂਪ। ਇਸ ਲੂਪ ਦੇ ਸੈਂਟਰ ਦੇ ਵਿੱਚੋਂ ਮੈਂ ਇੱਕ ਐਕਸਿਸ ਪਾਸ ਕਰਵਾਈ। ਠੀਕ ਹੈ, ਇਸ ਐਕਸਿਸ ਦੇ 3 ਪੁਆਇੰਟ ਚੂਜ਼ ਕੀਤੇ, ਪੁਆਇੰਟ 1, ਪੁਆਇੰਟ 2 ਐਂਡ ਪੁਆਇੰਟ 3। 3 ਪੁਆਇੰਟ ਚੂਜ਼ ਕੀਤੇ। ਹੁਣ ਤੁਹਾਨੂੰ ਪਤਾ ਹੈ ਜਦੋਂ ਅਸੀਂ ਬਾਹਰ ਮੈਗਨੇਟ ਦੀਆਂ ਮੈਗਨੈਟਿਕ ਫੀਲਡ ਲਾਈਨਸ ਡਰਾ ਕੀਤੀਆਂ ਸੀ, ਤੁਹਾਨੂੰ ਇਹ ਪਤਾ ਹੈ ਕਿ ਜਿਹੜੀ ਐਕਸਿਸ ਹੈ ਉਸ ਦੇ ਵਿੱਚ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੈ ਜਿਹੜੀ ਹਮੇਸ਼ਾ ਸੇਮ ਰਹਿੰਦੀ ਹੈ। ਸੋ ਮੈਗਨੈਟਿਕ ਫੀਲਡ ਕਿਸ ਡਾਇਰੈਕਸ਼ਨ ਦੇ ਵਿੱਚ ਲੱਗ ਰਿਹਾ ਹੈ? ਇਨ ਦਿਸ ਡਾਇਰੈਕਸ਼ਨ। ਫਰਸਟ ਔਰ ਥਰਡ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਸੇਮ ਹੈ, ਬਟ ਸੈਂਟਰ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਜ਼ਿਆਦਾ ਹੈ। ਠੀਕ ਹੈ, ਤਾਂ ਉਸਨੂੰ ਬੜੇ ਐਰੋ ਦੀ ਹੈਲਪ ਨਾਲ ਸ਼ੋ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਐਰੋ ਨੇ ਉਸ ਦੀ ਲੈਂਥ ਫਰਸਟ ਔਰ ਥਰਡ ਪੁਆਇੰਟ ਤੇ ਛੋਟੀ ਹੈ, ਬਟ ਸੈਕਿੰਡ ਪੁਆਇੰਟ ਦੇ ਉੱਪਰ ਥੋੜੀ ਲੌਂਗ ਹੈ। ਠੀਕ, ਹੁਣ ਇਹ ਤਾਂ ਸੀ ਐਕਸਿਸ ਦੇ ਉੱਪਰ। ਹੁਣ ਕੀ ਕਰਨਾ ਹੈ? ਇੱਕ ਹੋਰ ਡਰਾ ਕੀਤੀ ਐਕਸਿਸ। ਜਦੋਂ ਅਸੀਂ ਲੂਪ ਦੇ ਸੈਂਟਰ ਦੀ ਬਜਾਏ ਥੋੜਾ ਸਾ ਅਪ ਜਾਂਦੇ ਹਾਂ ਤਾਂ ਕੀ ਹੋਏਗਾ? ਮੈਗਨੈਟਿਕ ਫੀਲਡ ਲਾਈਨਸ ਨੇ ਜਿਹੜੀਆਂ ਉਹਨਾਂ ਦੀ ਸ਼ੇਪ ਹੈ ਜਿਹੜੀ ਉਹ ਡਿਫਰੈਂਟ ਹੋ ਜਾਏਗੀ। ਉਹ ਕਿਸ ਤਰ੍ਹਾਂ ਦੀ ਹੋਏਗੀ? ਲਾਈਕ ਦਿਸ। ਹੁਣ ਅਸੀਂ ਕੀ ਕਰਨਾ ਹੈ? 3 ਪੁਆਇੰਟ ਅਗੇਨ ਚੂਜ਼ ਕਰਨੇ ਨੇ, 1, 2 ਐਂਡ 3, ਜਿਹੜੇ ਕਿ ਇਹਨਾਂ ਤਿੰਨਾਂ ਪੁਆਇੰਟਸ ਤੋਂ ਇਕੁਅਲ ਡਿਸਟੈਂਸ ਦੇ ਉੱਪਰ ਨੇ। ਠੀਕ ਹੈ, ਸੋ ਫਰਸਟ ਪੁਆਇੰਟ ਹੀਅਰ 1 ਇਕੁਅਲ ਡਿਸਟੈਂਸ ਤੇ, ਮੀਨਸ ਹੀਅਰ 2, not circle, here point 2 and here it is point 3। ठीक है, ਹੁਣ ਇਹਨਾਂ ਪੁਆਇੰਟਸ ਦੇ ਉੱਪਰ ਅਗਰ ਤੁਸੀਂ ਬਾਹਰ ਮੈਗਨੇਟ ਦੀਆਂ ਮੈਗਨੈਟਿਕ ਫੀਲਡ ਲਾਈਨਸ ਦੇਖੋ ਤਾਂ ਡਾਇਰੈਕਸ਼ਨ ਕੀ ਹੋਏਗੀ ਮੈਗਨੈਟਿਕ ਫੀਲਡ ਦੀ? ਲਾਈਕ ਦਿਸ। ਔਰ ਸਟਰੈਂਥ ਵੀ ਘੱਟ ਹੋਏਗੀ ਮੈਗਨੈਟਿਕ ਫੀਲਡ ਦੀ ਐਜ਼ ਕੰਪੇਅਰ ਟੂ ਪੁਆਇੰਟ 2। ਔਰ ਇਸ ਜਗ੍ਹਾ ਤੇ ਕੀ ਹੋਏਗੀ ਡਾਇਰੈਕਸ਼ਨ? ਲਾਈਕ ਦਿਸ, ਮੀਨਸ ਇਨਵਰਡ ਐਂਡ ਆਊਟਵਰਡ। But in case for point 2, the direction of magnetic field will be exactly opposite to the direction at the axis, means like this, and strength की होएगी ज़्यादा होएगी as compared to point 1 and point 3। Clear? So AC points ਅਸੀਂ draw ਕਰ ਲਏ solenoid ਦੇ case ਦੇ ਵਿੱਚ। ठीक है, ਹੁਣ ਕੀ ਹੈ? ਅਗਰ ਅਸੀਂ ਇਸ ਤਰ੍ਹਾਂ ਦੇ 2-3 ਹੋਰ ਲੂਪ
दो होर लूप इस दे नाल प्लेस कर दिए, मीनस ਇਹ ਇੱਕ ਲੂਪ ਸੀ। ਮੈਂ ਤੁਹਾਨੂੰ ਇਹੀ ਦੱਸਿਆ ਹੈ ਕਿ ਸੋਲੋਨੋਇਡ ਦੇ ਕੇਸ ਦੇ ਵਿੱਚ ਜਿਹੜੇ ਨੰਬਰ ਆਫ ਟਰਨਸ ਨੇ ਉਹ ਇਨਕਰੀਜ਼ ਹੋ ਜਾਂਦੇ ਨੇ, ਠੀਕ ਹੈ ਨਾ। ਤਾਂ ਅਗਰ ਅਸੀਂ ਨੰਬਰ ਆਫ ਟਰਨਸ ਨੂੰ ਇਨਕਰੀਜ਼ ਕਰ ਦਈਏ ਤਾਂ ਸਾਡੇ ਕੋਲ ਕੀ ਬਣ ਜਾਂਦੀ ਹੈ, ਸੋਲੋਨੋਇਡ। ਸੋ ਮੈਂ ਕੀ ਕਰਦੀ ਹਾਂ, ਇੱਕ ਤਾਂ ਲੂਪ ਇਹੀ ਹੈ ਜੋ ਅਸੀਂ ਕੰਸੀਡਰ ਕੀਤਾ ਹੈ, ਠੀਕ ਹੈ। ਤੇ ਇਸ ਦੇ ਨਾਲ ਅਸੀਂ ਦੋ ਲੂਪਸ ਹੋਰ ਲਗਾ ਦਿੱਤੇ, एक लेफ्ट फ्रंट ते एक बैक ते, like this, one at the front and second at the back, like this। same length होनी चाहिए है, same similar loops। ते जदों ਹੁਣ ਅਸੀਂ ਕੀ ਡਰਾ ਕਰਨਾ ਹੈ, ਆ ਦੋਨੋਂ ਇਸ ਲੂਪ ਕਰਕੇ ਇਸ ਪੁਆਇੰਟ ਤੇ ਮੈਗਨੈਟਿਕ ਫੀਲਡ ਕਿੰਨਾ ਐਕਟ ਕਰ ਰਿਹਾ ਸੀ, ਇਨ ਦਿਸ ਡਾਇਰੈਕਸ਼ਨ, ਠੀਕ। ਜਦੋਂ ਅਸੀਂ ਆ ਦੋਨੋਂ ਵੀ ਲੂਪ ਇੱਥੇ ਲਗਾ ਦਿੱਤੇ ਤਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ, ਸੇਮ, ਲਾਈਕ ਦਿਸ। ਤਾਂ ਟੋਟਲ ਮੈਗਨੈਟਿਕ ਫੀਲਡ ਕੀ ਹੋ ਰਿਹਾ ਹੈ, ਐਡ ਆਨ ਹੋ ਰਿਹਾ ਹੈ। ਕਿੱਥੇ ਐਡ ਆਨ ਹੋ ਰਿਹਾ ਹੈ, ਐਟ ਦਾ ਐਕਸਿਸ, ਸੈਂਟਰਲ ਐਕਸਿਸ ਤੇ। ਬਟ ਇਸ ਪੁਆਇੰਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੀ ਹੋ ਰਿਹਾ ਹੈ, ਮੀਨਸ ਜਿਹੜਾ ਆਹ ਲੂਪ ਹੈ, ਇਸ ਲੂਪ ਦੇ ਵਿੱਚ ਮੈਗਨੈਟਿਕ ਫੀਲਡ ਕਿਸ ਪੁਆਇੰਟ ਤੇ ਐਕਟ ਕਰ ਰਿਹਾ ਹੈ, ਇਨ ਬੈਕਵਰਡ ਡਾਇਰੈਕਸ਼ਨ। ਤੇ ਜਦੋਂ ਅਸੀਂ ਆ ਦੋ ਲੂਪਸ ਇਨਸਰਟ ਕਰਦੇ ਹਾਂ ਤਾਂ ਮੈਗਨੈਟਿਕ ਫੀਲਡ ਕਿਸ ਤਰ੍ਹਾਂ ਐਕਟ ਕਰੇਗਾ, ਵਨ ਇਨ ਦਿਸ ਡਾਇਰੈਕਸ਼ਨ ਐਂਡ ਅਦਰ ਇਨ ਦਿਸ ਡਾਇਰੈਕਸ਼ਨ। ਅਗਰ ਤੁਸੀਂ ਨੋਟਿਸ ਕਰੋ ਤਾਂ ਜਿਵੇਂ ਜਿਵੇਂ ਨੰਬਰ ਆਫ ਟਰਨਸ ਇਨਕਰੀਜ਼ ਹੁੰਦੇ ਜਾਣਗੇ, ਜਿਹੜਾ ਇਹਨਾਂ ਦੋਨਾਂ ਕਰਕੇ ਮੈਗਨੈਟਿਕ ਫੀਲਡ ਹੈ that will get balanced by this magnetic field, ਠੀਕ ਹੈ। ਤਾਂ ਕੀ ਹੋਏਗਾ, ਆਊਟਸਾਈਡ ਜਿਹੜਾ ਮੈਗਨੈਟਿਕ ਫੀਲਡ ਹੈ ਸੋਲੋਨੋਇਡ ਦੇ ਉਹ ਆਲਮੋਸਟ ਜ਼ੀਰੋ ਵਰਗਾ ਹੋ ਜਾਏਗਾ। ਬਟ ਮੈਗਨੈਟਿਕ ਫੀਲਡ ਐਟ ਦਾ ਸੈਂਟਰਲ ਐਕਸਿਸ, ਜਿਹੜੇ ਸੋਲੋਨੋਇਡ ਹੈ ਉਹਦੇ ਬਿਲਕੁਲ ਸੈਂਟਰ ਦੇ ਵਿੱਚੋਂ ਜਿਹੜੀ ਐਕਸਿਸ ਪਾਸ ਆਊਟ ਕਰ ਰਹੀ ਹੈ ਉਹਦੇ ਵਿੱਚ ਮੀਨਸ ਇਨਸਾਈਡ ਦਾ ਸੋਲੋਨੋਇਡ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਹੋ ਜਾਏਗਾ ਔਰ ਉਹਦੀ ਸਟਰੈਂਥ ਹੈ ਜਿਹੜੀ ਉਹ ਇਨਕਰੀਜ਼ ਹੋ ਜਾਏਗੀ, ਮੀਨਸ ਉਹ ਯੂਨੀਫਾਰਮ ਹੋ ਜਾਏਗਾ। ਕਲੀਅਰ। ਇਸ ਤਰ੍ਹਾਂ ਜਿਵੇਂ ਅਸੀਂ ਦੋ ਹੀ ਲੂਪਸ ਇਨਸਰਟ ਕੀਤੇ ਨੇ, ਤੁਸੀਂ ਨੰਬਰ ਆਫ ਲੂਪਸ ਨੇ ਜਿਹੜੇ ਉਹ ਇਨਕਰੀਜ਼ ਕਰ ਸਕਦੇ ਹੋ। ਜਿਵੇਂ ਜਿਵੇਂ ਨੰਬਰ ਆਫ ਟਰਨਸ ਨੇ ਜਿਹੜੀਆਂ ਉਹ ਇਨਕਰੀਜ਼ ਕਰਦੀਆਂ ਜਾਣਗੀਆਂ, ਉਵੇਂ ਉਵੇਂ ਜਿਹੜਾ ਮੈਗਨੈਟਿਕ ਫੀਲਡ ਦੀ ਸਟਰੈਂਥ ਹੈ ਉਹ ਸੈਂਟਰਲ ਐਕਸਿਸ ਤੇ ਇਨਕਰੀਜ਼ ਹੁੰਦੀ ਜਾਏਗੀ। ਬਟ ਜਿਹੜਾ ਆਊਟਰ ਪਾਰਟ ਹੈ, ਆਊਟਸਾਈਡ ਦਾ ਸੋਲੋਨੋਇਡ ਜਿਹੜਾ ਮੈਗਨੈਟਿਕ ਫੀਲਡ ਹੈ ਉਹਦੀ ਸਟਰੈਂਥ ਹੈ ਜਿਹੜੀ ਉਹ ਆਲਮੋਸਟ ਜ਼ੀਰੋ ਦੇ ਬਰਾਬਰ ਹੁੰਦੀ ਜਾਏਗੀ, ਠੀਕ ਹੈ। ਸੋ ਸੈਂਟਰਲ ਪਾਰਟ ਤੇ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਯੂਨੀਫਾਰਮ ਹੋ ਗਿਆ ਔਰ ਆਊਟਸਾਈਡ ਤੇ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਨਾਨ ਯੂਨੀਫਾਰਮ ਹੋ ਗਿਆ। ਤੇ ਇਸ ਚੀਜ਼ ਨੂੰ ਤੁਸੀਂ ਸ਼ੋ ਕਿਸ ਤਰ੍ਹਾਂ ਕਰ ਸਕਦੇ ਹੋ, ਦੇਖੋ ਨੰਬਰ ਆਫ ਟਰਨਸ ਨੇ ਜਿਹੜੀਆਂ ਉਹ ਇਨਕਰੀਜ਼ ਹੋ ਰਹੀਆਂ ਨੇ, ਲਾਈਕ ਦਿਸ, ठीक। और मैग्नेटिक फील्ड लाइंस ने जड़ियां इस तरह पास करनियां फ्रॉम दी सोलोनॉइड, लाइक दिस। ते आउटसाइड ते जेड़ा मैग्नेटिक फील्ड है वो डिक्रीज हुंदा जाएगा, बट इनसाइड जेड़ा मैग्नेटिक फील्ड है वो यूनीफॉर्म हुंदा जाएगा ते स्ट्रेंथ है जेड़ी वो वधदी जाएगी, ठीक। ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਵੇਂ ਜਿਵੇਂ ਨੰਬਰ ਆਫ ਟਰਨਸ ਵੱਧ ਰਹੀਆਂ ਨੇ ਤਾਂ ਤੁਸੀਂ ਇਹ ਵੀ ਦੱਸਣਾ ਹੈ ਕਿ ਕਿਹੜਾ ਨਾਰਥ ਪੋਲ ਬਣੇਗਾ, ਕਿਹੜਾ ਸਾਊਥ ਪੋਲ ਬਣੇਗਾ। ਤੇ ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਹੀ ਆਪਣੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਦੱਸ ਚੁੱਕੀ ਹਾਂ ਕਿ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਓਰੀਜਿਨੇਟ ਹੁੰਦੀਆਂ ਨੇ ਫਰੋਮ ਨਾਰਥ ਪੋਲ ਐਂਡ ਦੇ ਐਂਡ ਐਟ ਦੀ ਸਾਊਥ ਪੋਲ। ਤੇ ਇਸ ਤਰ੍ਹਾਂ ਅਸੀਂ ਇਹਨਾਂ ਫੀਲਡ ਲਾਈਨਸ ਦੀ ਡਾਇਰੈਕਸ਼ਨ ਨੂੰ ਦੇਖ ਕੇ ਦੱਸ ਸਕਦੇ ਹਾਂ, ਜਿੱਥੋਂ ਸਟਾਰਟ ਹੋ ਰਹੀਆਂ ਨੇ ਉਹ ਪੁਆਇੰਟ ਐਕਟ ਕਰੇਗਾ ਐਜ਼ ਏ ਨਾਰਥ, ਜਿੱਥੇ ਐਂਡ ਕਰ ਰਹੀਆਂ ਨੇ ਉਹ ਐਕਟ ਕਰੇਗਾ ਐਜ਼ ਅ ਸਾਊਥ ਪੋਲ। ਸੋ ਜਿਵੇਂ ਜਿਵੇਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕਰੰਟ ਲੂਪ ਚੂਜ਼ ਕਰਨਾ ਹੈ ਤਾਂ ਕਰੰਟ ਦੀ ਡਾਇਰੈਕਸ਼ਨ ਨੂੰ ਪਹਿਲਾਂ ਧਿਆਨ ਵਿੱਚ ਰੱਖੋ ਕਿ ਕਿਸ ਪੁਆਇੰਟ ਦੇ ਉੱਪਰ ਕਰੰਟ ਐਂਟਰ ਕਰ ਰਿਹਾ ਹੈ ਤੇ ਕਿਸ ਪੁਆਇੰਟ ਦੇ ਉੱਪਰੋਂ ਕਰੰਟ ਹੈ ਜਿਹੜਾ ਉਹ ਲੀਵ ਕਰ ਰਿਹਾ ਹੈ। ਜਿਹੜਾ ਬੋਰਡ ਤੇ ਸ਼ੋ ਕੀਤਾ ਗਿਆ ਹੈ ਉਹ ਸਿਰਫ ਆਊਟਸਾਈਡ ਪਾਰਟ ਹੈ, ਮੀਨਸ ਤੁਹਾਨੂੰ ਇੱਕ ਲਾਈਨ ਨਜ਼ਰ ਆ ਰਹੀ ਹੈ ਬਟ ਐਕਚੁਅਲੀ ਜਿਹੜਾ ਇਹ ਕੁਆਇਲ ਹੈ ਇਹ ਪਰਪੈਂਡੀਕੂਲਰ ਹੈ ਦਿਸ ਪਲੇਨ ਤੇ, ਠੀਕ ਹੈ। ਸੋ ਇਸ ਤਰ੍ਹਾਂ ਅਸੀਂ ਦੱਸ ਸਕਦੇ ਹਾਂ ਕਿ ਜਿਹੜੀ ਸੋਲੋਨੋਇਡ ਹੈ, ਕੁਐਸਚਨ ਦਾ ਆਨਸਰ ਤੁਹਾਨੂੰ ਮਿਲ ਗਿਆ ਹੈ ਆਈ ਥਿੰਕ
ਸਟਾਰਟ ਅਸੀਂ ਕੀਤਾ ਸੀ ਕਿ ਅਸੀਂ ਦੋ ਕੁਐਸਚਨਸ ਦੇ ਆਨਸਰ ਦੇਣੇ ਨੇ। ਪਹਿਲਾ ਕੁਐਸਚਨ ਇਹ ਕਿ ਜਿਹੜੀ ਸੋਲੋਨੋਇਡ ਹੈ ਉਸ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੁੰਦਾ ਹੈ ਜਿਹਦੇ ਨਾਲ ਉਹਦਾ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਯੂਨੀਫਾਰਮ ਹੋ ਜਾਂਦਾ ਹੈ। ਠੀਕ ਹੈ, ਸੋਲੋਨੋਇਡ ਦੇ ਵਿੱਚ ਕੀ ਹੁੰਦਾ ਹੈ, ਜਦੋਂ ਅਸੀਂ ਨੰਬਰ ਆਫ ਲੂਪਸ ਇਨਸਰਟ ਕਰਦੇ ਹਾਂ ਤਾਂ ਕੀ ਹੁੰਦਾ ਹੈ, ਸੈਂਟਰਲ ਐਕਸਿਸ ਦੇ ਉੱਪਰ ਮੀਨਸ ਇਨਸਾਈਡ ਦਾ ਸੋਲੋਨੋਇਡ ਜਿਹੜੇ ਮੈਗਨੈਟਿਕ ਫੀਲਡ ਦੀ ਸਟਰੈਂਥ ਹੈ ਉਹ ਐਡ ਆਨ ਹੁੰਦੀ ਜਾਂਦੀ ਹੈ। ਠੀਕ ਹੈ, ਇਸ ਕਰਕੇ ਮੈਗਨੈਟਿਕ ਫੀਲਡ ਇਨਕਰੀਜ਼ ਹੁੰਦਾ ਹੈ। ਬਟ ਆਊਟਸਾਈਡ ਦੀ ਸੋਲੋਨੋਇਡ ਕਿਉਂਕਿ ਡਾਇਰੈਕਸ਼ਨ ਆਪੋਜ਼ਿਟ ਹੈ ਫੀਲਡ ਲਾਈਨ ਦੀ, ਤਾਂ ਜਿੰਨੇ ਲੂਪਸ ਤੁਸੀਂ ਇਨਸਰਟ ਕਰੋਗੇ ਉਹ ਇੱਕ ਲੂਪ ਦਾ ਬੈਲੈਂਸਿੰਗ ਇਫੈਕਟ ਕਰਦੇ ਨੇ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਆਲਮੋਸਟ ਜ਼ੀਰੋ ਹੋ ਜਾਂਦੀ ਹੈ। ਸੈਕਿੰਡ ਕੁਐਸਚਨ ਕੀ ਸੀ ਕਿ ਯੂਨੀਫਾਰਮ ਕਿੱਥੇ ਹੁੰਦਾ ਹੈ, ਇਨਸਾਈਡ ਆਊਟਸਾਈਡ ਕਿਸ ਜਗ੍ਹਾ ਤੇ, ਤਾਂ ਉਹਦਾ ਆਨਸਰ ਇਹ ਹੈ ਕਿ ਇਨਸਾਈਡ ਦਾ ਸੋਲੋਨੋਇਡ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਯੂਨੀਫਾਰਮ ਹੁੰਦਾ ਹੈ। ਬਟ ਜਿਵੇਂ ਜਿਵੇਂ ਅਸੀਂ ਆਊਟਸਾਈਡ ਮੂਵ ਕਰਦੇ ਜਾਵਾਂਗੇ ਮੈਗਨੈਟਿਕ ਫੀਲਡ ਦੀ ਜਿਹੜੀ ਸਟਰੈਂਥ ਹੈ ਉਹ ਆਲਮੋਸਟ ਜ਼ੀਰੋ ਹੁੰਦੀ ਜਾਏਗੀ, ਉਹ ਨਾਨ ਯੂਨੀਫਾਰਮ ਹੋ ਜਾਏਗਾ। ਕਲੀਅਰ? ਸੋ ਇਹ ਸੀ ਸਾਡਾ ਅੱਜ ਦਾ ਟੌਪਿਕ ਕਿ ਸੋਲੋਨੋਇਡ ਕੀ ਹੁੰਦੀ ਹੈ, ਕਿਵੇਂ ਅਸੀਂ ਇਸ ਨੂੰ, ਕਿਉਂ ਅਸੀਂ ਇਸ ਨੂੰ ਯੂਜ਼ ਕਰਦੇ ਪੜ੍ਹਦੇ ਹਾਂ। ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਹਮੇਸ਼ਾ ਇੱਕੋ ਹੀ ਚੀਜ਼ ਰਿਪੀਟ ਕਰਦੀ ਹਾਂ ਬਾਰ-ਬਾਰ ਕਿ ਜਦੋਂ ਵੀ ਅਸੀਂ ਕੁਝ ਨਵਾਂ ਟੌਪਿਕ ਪੜ੍ਹਨਾ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਉਸ ਟੌਪਿਕ ਨੂੰ ਸਟੱਡੀ ਕਿਉਂ ਕਰ ਰਹੇ ਹਾਂ। ਠੀਕ ਹੈ, ਅਗਰ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਉਸ ਨੂੰ ਸਟੱਡੀ ਕਿਉਂ ਕਰਨਾ ਹੈ ਤਾਂ ਅਸੀਂ ਉਸ ਨੂੰ ਅੱਛੀ ਤਰ੍ਹਾਂ ਅੰਡਰਸਟੈਂਡ ਨਹੀਂ ਕਰ ਪਾਉਂਦੇ। ਸੋਲੋਨੋਇਡ ਨੂੰ ਅਸੀਂ ਕਿਉਂ ਪੜ੍ਹ ਰਹੇ ਹਾਂ, ਕਿਉਂਕਿ ਸਾਨੇ ਇਹ ਦੇਖਣਾ ਹੈ ਕਿ ਜੋ ਅਸੀਂ ਬਾਰ-ਬਾਰ ਗੱਲ ਕਰਦੇ ਹਾਂ यूनिफॉर्म मैगनैटिक फील्ड है एक स्पेस कंसिडर करो, यूनिफॉर्म मैगनैटिक फील्ड है एक स्पेस कंसिडर करो, तो वो यूनिफॉर्म मैगनैटिक फील्ड आंदा कित्थों है, किवें असीं उसनूं क्रिएट कर सकते हैं। सो ये साडा आंसर है, ये साडी नीड है कि असीं सोलोनॉइड नूं स्टडी क्यों करना है। दूसरी चीज़ जिहड़ी सोलोनॉइड है वो कित्थे यूज़ होंदी है, मैं तुहानूं दसदा बहुत प्रैक्टिकल एग्जांपल इहदी है MRI स्कैन दी। MRI स्कैन दे विच जिहड़ा वो ह्यूज गोला बनिया हुंदा है, अगर तुसीं कदे देखा होवे हॉस्पिटल्स दे विच तां ओह नथिंग कि ओह दैट इज़ अ सोलोनॉइड। ठीक है, सो सोलोनॉइड सिंपल एक इंस्ट्रूमेंट है। बनाना किस तरह है, एक वायर दियां बहुत सारिया टर्न्स लै लो, उन्हां टर्न्स दे विच देखो कि करंट है जिहड़ा ओह किस तरह अगर असीं उन्हां टर्न्स दे विचों करंट है जिहड़ा ओह फ्लो करवाइए तो मैगनैटिक फील्ड जनरेट होएगा। इनसाइड दा सोलोनॉइड मैगनैटिक फील्ड यूनीफॉर्म हुंदा है, आउटसाइड दा सोलोनॉइड मैगनैटिक फील्ड ऑलमोस्ट जीरो हुंदा है। ठीक है, तो वह एक सोलोनॉइड बन जाएगी। क्लीयर? तो उसका आंसर मैं थोड़ा दिता कि किमें यूनीफॉर्म बनता है, किस तरह इसनों यूज़ कर सकते हैं। तो एक बहुत ही इंपॉर्टेंट चीज़ अज के लैक्चर की ये डिस्कस की असी कि जिहड़ा एनक्लोज्ड करंट है वो किस तरह असी कैलकुलेट करना है। तो दो थोनों बहुत बहुत इंपॉर्टेंट पॉइंट मैंने दसे सी कि जदों भी एम्पेयर्स लॉ दे विचों असी क्लोज्ड लूप चूज़ करना है तो उस क्लोज्ड लूप की जिहड़ी पाथ है वो बड़े स्मार्टली चूज़ करना है। पहला तुसी वो चूज़ करना है जिहदे विच परपेंडिकुलर होए, दूसरा जिहदे विच बी वैक्टर डी एल वैक्टर ते पैरेलल होए। ठीक है, दोनों केसिस ये भी हो सकते हैं कि एक इदां दा पाथ लो जिहदे विच कुछ पार्ट है जिहड़ा परपेंडिकुलर होए, कुछ होवे पैरेलल। उन्हां करके जिहड़ा लूप है उसदी इंटीग्रेशन नूं सॉल्व करना बहुत ईजी हो जाता है। क्लीयर? सो इस तरह से अपने वर्क को ईजी बना सकते हैं यूजिंग एम्पेयर्स लॉ। तो वह क्लोज लूप यूजफुल उदों ही होएगा जदों तुसी उसके इंटीग्रल पार्ट को बड़े स्मार्टली हैंडल कर सको। ठीक है, सो अज दे लैक्चर दे लई इन्ना ही। मिलांगे अपने अगले लैक्चर दे विच, उत्थे की डिस्कस करना है, उत्थे असीं डिस्कस करना है कि हाउ कैन वी कैलकुलेट द मैगनैटिक फील्ड एट एनी पॉइंट इनसाइड द सोलोनॉइड। एक सोलोनॉइड दे विचों असीं मैगनैटिक फील्ड नूं कैलकुलेट किस तरह कर सकते हैं। कोई भी पॉइंट लवांगे यूजिंग एम्पेयर्स लॉ असीं कैलकुलेट करांगे मैगनैटिक फील्ड इनसाइड द सोलोनॉइड। सो अज दे लैक्चर दे लई इन्ना ही। मिलांगे अपने अगले लैक्चर दे विच ते कैलकुलेट करांगे मैगनैटिक फील्ड ड्यू टू अ सोलोनॉइड। थैंक यू।